ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ। ਸਾਰਿਆਂ ਨੂੰ ਜੈ ਮਸੀਹ ਦੀ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਕਿ ਜਾਓ ਤੇ ਸਾਰੀ ਜਾਤੀ ਨੂੰ ਸੁਸਮਾਚਾਰ ਸੁਣਾਓ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਇਹ ਅਨੁਗ੍ਰਹਿ ਦਿੱਤਾ ਹੈ। ਆਈਏ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਪਰਮੇਸ਼ਰ ਦੇ ਸ੍ਰੇਸ਼ਟ ਦਾਸ ਪਾਸਟਰ ਅਵਤਾਰ ਜੀ ਨਾਲ। ਜੈ ਮਸੀਹ ਕੀ ਪਾਸਟਰ ਜੀ। ਜੈ ਮਸੀਹ ਔਰ ਸਭ ਨੂੰ ਜੈ ਮਸੀਹ ਦੀ। ਮੇਰਾ ਨਾਮ ਪਾਸਟਰ ਅਵਤਾਰ ਖੋਸਲਾ ਹੈ ਔਰ मैं पिछों बटाले दे रहने वाला हाँ और इस समय मैं अपने परिवार समेत पठानकोट पिंड गोसाईपुर दे विच सेवकाई कर रहा और प्रभु का धन्यवाद है कि जिस प्रभु ने मैनू अपनी सेवकाई दे लई चुनिया है, मैं उस प्रभु का बहुत ज़्यादा धन्यवाद करता और नाल ही गौरव जी का धन्यवाद करता। ਤੇ ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਵਿੱਚ ਆਏ ਔਰ ਪਰਮੇਸ਼ਰ ਦੇ ਆਉਣ ਤੋਂ ਪਹਿਲੇ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਸੀ। ਹਾਂਜੀ, ਸਭ ਤੋਂ ਪਹਿਲੇ ਮੇਰਾ ਪਿੰਡ ਜੋ ਹੈ ਉਹ ਪਿਛਲਾ ਬਟਾਲੇ ਦੇ ਲਾਗੇ ਪਿੰਡ ਬੱਲੂਵਾਲ ਹੈ ਔਰ ਮੈਂ ਡਿਸਟ੍ਰਿਕਟ ਗੁਰਦਾਸਪੁਰ ਔਰ ਪਿੰਡ ਬੱਲੂਵਾਲ ਦਾ ਰਹਿਣ ਵਾਲਾ ਹਾਂ ਔਰ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ शुरुआती इस तरह ही कि मैं 1994 ਦੇ ਵਿੱਚ 10ਵੀਂ ਕਲਾਸ ਵਿੱਚ ਪੜ੍ਹਦਾ ਸੀਗਾ ਔਰ ਉਹਨਾਂ ਦਿਨਾਂ 'ਚ ਮੇਰੇ ਤਾਇਆ ਜੀ ਦਾ ਬੇਟਾ ਸੀਗਾ ਡੈਨੀਅਲ, ਜੋ ਕਿ ਪ੍ਰਭੂ ਦੇ ਦਾਸਾਂ ਦੇ ਨਾਲ ਸੰਗਤੀ ਕਰਿਆ ਕਰਦੇ ਸੀਗੇ ਔਰ ਉਹ ਕਾਫੀ ਅੱਛੇ ਪ੍ਰਭੂ ਦੇ ਵਿੱਚ ਚੱਲਦੇ ਸੀਗੇ। ਔਰ ਜਦੋਂ ਮੈਂ ਪੜ੍ਹਦਾ ਸੀ ਸਕੂਲ ਦੇ ਵਿੱਚ ਉਸ ਸਮੇਂ ਮੈਨੂੰ ਥੋੜ੍ਹਾ ਗਾਉਣ ਦਾ ਬੜਾ ਇੱਕ ਸ਼ੌਕ ਸੀ ਔਰ ਮੈਂ ਗਾਉਂਦਾ ਸੀਗਾ। ਮੇਰੇ ਤਾਇਆ ਜੀ ਦੇ ਬੇਟੇ ਨੇ ਕਿਹਾ ਕਿ ਤੁਸੀਂ ਇੰਨਾ ਵਧੀਆ ਗਾਉਂਦੇ ਆ, ਕਦੀ ਮਸੀਹ ਗੀਤ ਗਾਓ, ਮਸੀਹ ਦੇ ਲਈ ਵੀ ਕਦੀ ਗਾਓ। ਪਰ ਮੈਨੂੰ ਮਸੀਹ ਦੇ ਵਿੱਚ ਮਸੀਹ ਗੀਤ ਗਾਣੇ ਨਹੀਂ ਆਉਂਦੇ और बाकी सारे गीत मैं गा लेना है लेकिन मसीह गीत नहीं गाने आते। और उस समय उन्होंने मैनू कहा कि नहीं तुसी साडे नाल प्रार्थना मीटिंगां दे विच जाया करो। मैं कहा जी चलो ठीक है। उन्हां दे नाल मैं प्रार्थना मीटिंगां दे विच जाना शुरू कर दिता। हौली हौली आपां बंदगी जांदे रहे। फिर मसीह गीत गाने तो नहीं आते पर हौली हौली कुछ गीत जोड़े ही वो सीखे किमें गाने ने, फिर गाने शुरू किए। फिर इस तरह करके मीटिंगां दे विच जाना शुरू करता। फिर हौली हौली प्रभु का वचन सीखते रहे। साडे पिंड च प्रभु के दास आते ही पास्टर शिंदा मसीह बटाले तो तेलियांवाल तो और एक होर प्रभु दा दास साडे पिंड विच आंदे सी पास्टर अदैत मसीह प्रेम नगर तो और एक पास्टर जोगिंदर साडे बटाले प्रेम नगर तो भी साडे पिंड विच आंदे सी। इस तरह करके काफ़ी प्रभु दा दास साडे पिंड च आंदे सीगे और जदों उन्होंने पिंड विच आना मैं भी बंदगी जाना और मैं उत्थे गान दे वास्ते मौका मिलना, मैं मसीह गीत गाने अच्छा लगना। साडे प्रभु दा दास पास्टर अदैत मसीह जी ने मैनू प्रेरिया कि अगर तुसी प्रभु की सेवा के वास्ते निकलो तो बहुत ही वधिया होएगा। तुहाडे अरगे नौजवानों नूं प्रभु की सेवा करनी चाहिए है। और उस समय मैं 10वीं क्लास में पढ़ता ही और जदों उन्होंने मैनू थोड़ा प्रभु के बारे प्रेरणा देनी शुरू की तो उस तो बाद चंडीगढ़ दे विच बिलीवर चर्च का दूसरा बैच सीगा और जदों मैं उत्थे बाइबल स्टडी के वास्ते गया 10वीं अंडर मैट्रिक ही मैं चला गया और जदों मैं उत्थे उस कॉलेज दे विच गया और जाके मैं एक चीज़ देखी कि जिहड़े लड़के उत्थे पहले स्टडी कर रहे उन्हां च एक प्यार दिखिया और जदों मैं स्टार्टिंग ही पहले दिन गया उन्होंने बड़ा प्यार किया, उन्होंने बड़ा घुट के गले दे नाल लाया, कोई मेरे पैर दबा रहा ही, कोई
ਲੱਤਾਂ ਦਬਾ ਰਿਹਾ ਸੀ ਔਰ ਬੜਾ ਪਿਆਰ ਕਰ ਰਹੀ, ਕੋਈ ਪਾਣੀ ਲੈ ਕੇ ਆ ਰਿਹਾ ਸੀ, ਕੋਈ ਚਾਹ ਲੈ ਕੇ ਆ ਰਿਹਾ ਸੀ ਔਰ ਇਸ ਤਰ੍ਹਾਂ ਮੁੰਡੇ ਇਕੱਠੇ ਹੋ ਗਏ। ਮੈਨੂੰ ਇੱਕ ਬੜਾ ਅੱਛਾ ਲੱਗਿਆ ਕਿ ਦੇਖੋ ਇਹਨਾਂ ਦੇ ਅੰਦਰ ਕਿੰਨਾ ਪਿਆਰ ਹੈਗਾ। ਔਰ ਫਿਰ ਹੌਲੀ ਹੌਲੀ ਉੱਤੇ ਸਟੱਡੀ ਕਰਨੀ ਸ਼ੁਰੂ ਕੀਤੀ ਔਰ ਫਿਰ ਜਦੋਂ ਮੈਂ ਔਰ ਮੇਰੇ ਮਾਮਾ ਜੀ ਦਾ ਬੇਟਾ ਦੋਨੋਂ ਸਟੱਡੀ ਕਰਨ ਵਾਸਤੇ ਗਏ ਔਰ ਮਾਮਾ ਜੀ ਦਾ ਬੇਟਾ ਤੇ 10 15 20 ਦਿਨ ਬਾਅਦ ਉਹ ਵਾਪਸ ਆ ਗਿਆ, ਪਰ ਮੈਂ ਉੱਥੇ ਹੀ ਰਹਿ ਗਿਆ। ਔਰ ਜਦੋਂ ਮੈਂ ਉੱਥੇ ਹੀ ਰਹਿ ਗਿਆ ਤੇ ਫਿਰ ਹੌਲੀ ਹੌਲੀ ਪ੍ਰਭੂ ਦਾ ਵਚਨ ਆਪਾਂ ਉੱਥੇ ਸਿੱਖਦੇ ਰਹੇ, ਪ੍ਰਭੂ ਦੇ ਬਾਰੇ ਹੋਰ ਜ਼ਿਆਦਾ ਜਾਣਦੇ ਰਹੇ। ਪਰ ਕੋਈ 2-3 ਮਹੀਨੇ ਦੇ ਬਾਅਦ ਮੈਂ ਆਪਣੇ ਘਰ ਜਦੋਂ ਵਾਪਸ ਆਇਆ ਤੇ ਇੱਕ ਬੜੀ ਘਟਨਾ ਘਟੀ ਜਿਹਨੇ ਮੇਰਾ ਪੂਰਾ ਜੀਵਨ ਹੀ, ਪੂਰੀ ਸੋਚ ਹੀ ਬਦਲ ਕੇ ਰੱਖਤੀ। ਮੇਰੇ ਜੋ ਮਾਂ ਸੀ ਮੇਰੀ, ਉਹਨੂੰ ਅਟੈਕ ਹੁੰਦਾ ਸੀ ਔਰ ਇੱਕ ਬੜਾ ਖਤਰਨਾਕ ਅਟੈਕ ਹੁੰਦਾ ਸੀ। ਜਦੋਂ ਅਟੈਕ ਹੁੰਦਾ ਸੀ ਤੇ ਉਹ ਬਾਰ-ਬਾਰ ਰਾਤ ਉਹਨੂੰ ਦੰਦਲਾਂ ਪੈਂਦੀਆਂ ਸੀਗੀਆਂ, ਹੱਥ ਪੈਰ ਮਰੋੜੇ ਜਾਂਦੇ ਸੀਗੇ, ਸਰੀਰ ਜਿਹੜਾ ਸੀ ਉਹ ਤੜਪਣਾ ਸਟਾਰਟ ਹੋ ਜਾਂਦਾ ਸੀ ਔਰ ਇੱਕ ਰਾਤ ਵਿੱਚ ਕਿੰਨੀ ਵਾਰੀ ਉਹਨਾਂ ਨੂੰ ਮਤਲਬ ਦੰਦਲਾਂ ਪੈਂਦੀਆਂ ਸੀ ਜਾਂ ਕਿੰਨੀ ਵਾਰ ਉਹ ਬਾਰ-ਬਾਰ ਅਟੈਕ ਉਹਨਾਂ ਨੂੰ ਆਉਂਦਾ ਸੀਗਾ। ਔਰ ਜਦੋਂ ਮੈਂ ਬਾਈਬਲ ਕਾਲਜ ਤੋਂ ਆਪਣੇ ਘਰ ਪਹੁੰਚਿਆ ਔਰ ਰਾਤ ਦਾ ਟਾਈਮ ਸੀ, ਜਦੋਂ ਮੰਮੀ ਨੂੰ ਫਿਰ ਦੰਦਲ ਪਈ ਮੇਰੀ ਨੂੰ ਔਰ ਉਸ ਤੋਂ ਬਾਅਦ ਸਾਨੂੰ ਕੁਝ ਵੀ ਨਾ ਸੁੱਝੇ, ਕੁਝ ਸਮਝ ਨਹੀਂ ਆ ਰਹੀ ਕਿਉਂਕਿ ਡਾਕਟਰ ਨੇ ਕਿਹਾ ਕਿ ਤੀਸਰੇ ਅਟੈਕ ਨਾਲ ਮਤਲਬ ਜਾਨ ਵੀ ਜਾ ਸਕਦੀ ਹੈ ਤੁਹਾਡੀ ਮਾਂ ਦੀ। ਤੇ ਉਸ ਸਮੇਂ ਮਤਲਬ ਇੱਕ ਬੜੀ ਘਟਨਾ, ਪ੍ਰਭੂ ਨੇ ਮੇਰੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਕੀਤਾ। ਰਾਤੀ ਕੋਈ 9 ਵਜੇ ਦੀ ਗੱਲ ਹੈ, ਜਦੋਂ ਸਾਡੇ ਘਰ ਬਾਈਬਲ ਪਈ ਹੋਈ ਸੀਗੀ, ਮੈਨੂੰ ਯਾਦ ਆਇਆ ਕਿ ਕਿਸੇ ਪ੍ਰਭੂ ਦਾ ਦਾਸ ਨੇ ਕਿਹਾ ਕਿ ਜਬੂਰ ਭਜਨ ਸਾਹਿਤਾ ਜਬੂਰ ਨੰਬਰ 91 ਜਿਹੜਾ ਇੱਕ ਬੜਾ ਪ੍ਰਭਾਵਸ਼ਾਲੀ ਹੈ। ਔਰ ਜਦੋਂ ਮੈਂ ਬਾਈਬਲ ਲਿਆ ਕੇ ਆਪਣੀ ਬੀਬੀ ਦੇ ਲਾਗੇ ਪੜ੍ਹਨੀ ਸ਼ੁਰੂ ਕੀਤੀ ਔਰ ਜਿੱਦਾਂ ਹੀ ਜਬੂਰ ਨੰਬਰ 91 ਦਾ ਲਾਸਟ ਆਇਤ ਪੜ੍ਹਿਆ ਔਰ ਇੱਕਦਮ ਉਹਨਾਂ ਨੇ ਅੱਖਾਂ ਖੋਲੀਆਂ ਔਰ ਸਭ ਤੋਂ ਪਹਿਲੇ ਉਹਨਾਂ ਨੇ ਮੈਨੂੰ ਪਛਾਣਿਆ। ਜਦ ਕਿ ਜਦੋਂ ਉਹਨਾਂ ਨੂੰ ਰਾਤ ਨੂੰ ਕਈ ਵਾਰੀ ਉਹਨਾਂ ਨੂੰ ਜਦੋਂ ਅਟੈਕ ਹੁੰਦਾ ਸੀ ਤੇ ਉਹਨਾਂ ਦੀਆਂ ਦੰਦਲਾਂ ਜਿਹੜੀਆਂ ਨੇ ਉਹ ਚਮਚੇ ਦੇ ਨਾਲ ਖੋਲੀਆਂ ਜਾਂਦੀਆਂ ਸੀ ਔਰ ਇੱਕ ਰਾਤ ਵਿੱਚ ਬਾਰ-ਬਾਰ ਅਟੈਕ ਹੁੰਦਾ ਸੀਗਾ। ਔਰ ਜਿੱਦਾਂ ਹੀ ਉਹ ਜਬੂਰ 91 ਮੈਂ ਪੜ੍ਹਿਆ, ਇਹ ਪ੍ਰਭੂ ਦਾ ਵਚਨ ਪੜ੍ਹਿਆ, ਉਹ ਬਿਲਕੁਲ ਮੇਰੇ ਬੀਬੀ ਜਿਹੜੇ ਸੀ ਉਹ ਠੀਕ ਹੋ ਗਏ ਔਰ ਪ੍ਰਭੂ ਦੇ ਨਾਮ ਨੂੰ ਬੜਾ ਜਲਾਲ ਮਿਲਿਆ। ਉਹਨੇ ਸਭ ਤੋਂ ਪਹਿਲੇ ਮੈਨੂੰ ਪਛਾਣਿਆ। ਫਿਰ ਉਸ ਸਮੇਂ ਮੇਰਾ ਜਿਹੜਾ ਮਤਲਬ ਵਿਸ਼ਵਾਸ ਸੀ ਉਹ ਇੱਕ ਬਹੁਤ ਮਜ਼ਬੂਤ ਹੋ ਗਿਆ, ਬੜਾ ਪੱਕਾ ਵਿਸ਼ਵਾਸ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਕਿ ਵਾਕਿਆ ਹੀ ਪਰਮੇਸ਼ਰ ਇੱਕ ਜ਼ਿੰਦਾ ਪਰਮੇਸ਼ਰ ਹੈ, ਸੱਚਾ ਪਰਮੇਸ਼ਰ ਹੈ। ਔਰ ਜਦੋਂ ਰਾਤ ਨੂੰ ਦੰਦਲ ਖੁੱਲੀ ਹੈ, ਬੀਬੀ ਮੇਰੇ ਠੀਕ ਹੋਏ ਆ, ਆਸੇ ਪਾਸੇ ਕਾਫੀ ਲੋਕ ਸੀਗੇ ਔਰ ਉਸ ਸਮੇਂ ਮੈਨੂੰ ਯਾਦ ਹੈ ਕਿ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਜੋ ਕੁਛ ਤੁਸੀਂ ਧਰਤੀ ਤੇ ਬੰਨੋਗੇ ਉਹ ਸਵਰਗ ਵਿੱਚ ਵੱਜੇਗਾ ਔਰ ਜੋ ਕੁਛ ਧਰਤੀ ਦੇ ਖੋਲੋਗੇ ਸਵਰਗ ਵਿੱਚ ਖੁੱਲੇਗਾ। ਔਰ ਮੈਂ ਪ੍ਰਾਰਥਨਾ ਕਰਕੇ ਪ੍ਰਭੂ ਦੇ ਅੱਗੇ ਇਹ ਬੇਨਤੀ ਕੀਤੀ ਕਿ ਪ੍ਰਭੂ ਅੱਜ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਕਦੀ ਵੀ ਜਿਹੜੀ ਇਹ ਦੰਦਲ ਪੈਂਦੀ ਆ ਜਾਂ ਜਿਹੜਾ ਅਟੈਕ ਹੁੰਦਾ ਇਹ ਦੁਬਾਰਾ ਕਦੇ ਵੀ ਨਾ ਹੋਏ। ਔਰ ਪ੍ਰਭੂ ਦਾ ਧੰਨਵਾਦ ਹੈ ਕਿ ਜਦੋਂ ਮੈਂ ਪ੍ਰਾਰਥਨਾ ਕਰਤੀ, ਮੇਰੇ ਪਿਤਾ ਜੀ ਕਹਿਣ ਲੱਗੇ ਕਿ ਹੁਣ ਰਾਤ ਨੂੰ ਇਹਦੇ ਲਾਗੇ ਕੋਈ ਨਾ ਕੋਈ ਸੌਵੋ ਤੇ ਧਿਆਨ ਰੱਖੋ ਕਿਉਂਕਿ ਆਪਣੇ ਆਪ ਹੀ ਉਹ ਦੰਦਲ ਪੈ ਜਾਂਦੀ ਉਹਨਾਂ ਨੂੰ। ਮੈਂ ਕਿਹਾ ਪਾਪਾ ਹੁਣ ਕੋਈ ਗੱਲ ਨਹੀਂ ਕਿਉਂਕਿ ਪ੍ਰਭੂ ਨੇ ਬਿਲਕੁਲ ਇਹਨਾਂ ਨੂੰ ਚੰਗੇ ਕਰਤਾ ਹੈ। ਪ੍ਰਭੂ ਦਾ ਧੰਨਵਾਦ ਹੈ, ਸਵੇਰੇ ਦਿਨ ਚੜਿਆ ਔਰ ਮੇਰੇ ਮੰਮੀ ਜਿਹੜੇ ਬਿਲਕੁਲ ਠੀਕ ਸੀਗੇ ਔਰ ਮੈਂ ਸਵੇਰੇ ਇੱਕ ਨਿਰਣੇ ਲੈ ਲਿਆ ਕਿ ਹੁਣ ਪ੍ਰਭੂ ਜੀਣਾ ਵੀ ਤੇਰੇ 'ਚ ਹੈ, ਮਰਨਾ ਵੀ ਤੇਰੇ 'ਚ ਹੈ ਔਰ ਸੇਵਾ ਤੇਰੀ ਕਰਨੀ ਹੈ ਔਰ ਆਪਣਾ ਜੀਵਨ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭੂ ਮੈਂ ਆਪਣਾ ਤੈਨੂੰ ਦਿੰਦਾ ਹੈ। ਔਰ ਮੈਂ ਇੱਕ ਪੱਕਾ ਨਿਰਣੇ ਲੈ ਲਿਆ, ਪੱਕਾ ਫੈਸਲਾ ਲੈ ਲਿਆ, ਅਟੱਲ ਫੈਸਲਾ ਲੈ ਲਿਆ ਔਰ ਫਿਰ ਆਪਣਾ ਜੀਵਨ ਜਿਹੜਾ ਹੀ ਉਹ ਪ੍ਰਭੂ ਨੂੰ ਪੂਰੀ ਤਰ੍ਹਾਂ ਦੇ ਨਾਲ ਸੌਂਪ ਦਿੱਤਾ। ਔਰ ਉਹ ਇੱਕ ਬੜਾ ਵੱਡਾ ਵਿਸ਼ਵਾਸ ਸੀ ਮੇਰੇ ਜੀਵਨ ਦੇ ਵਿੱਚ। ਔਰ ਉਸ ਤੋਂ ਬਾਅਦ ਮੈਂ ਜਦੋਂ 10-15 ਦਿਨ ਘਰ ਰਿਹਾ ਹੀ, ਉਹਦੇ ਦੌਰਾਨ ਮੁੜ ਕੇ ਦੁਬਾਰਾ ਉਹਨਾਂ ਨੂੰ ਕੋਈ ਦੰਦਲ ਨਹੀਂ ਪਈ, ਕੋਈ ਅਟੈਕ ਨਹੀਂ ਹੋਇਆ
ਔਰ ਪ੍ਰਭੂ ਦਾ ਧੰਨਵਾਦ ਹੈ ਕਿ 9 ਸਾਲ ਤੱਕ ਉਹਨਾਂ ਨੂੰ ਕੋਈ ਅਟੈਕ ਨਹੀਂ ਹੋਇਆ, ਬਿਲਕੁਲ ਠੀਕ ਰਹੇ ਨੇ, ਬਿਲਕੁਲ ਸਹੀ ਰਹੇ ਨੇ। ਪ੍ਰਭੂ ਦਾ ਧੰਨਵਾਦ ਹੈ। ਔਰ ਉਸ ਤੋਂ ਬਾਅਦ ਫਿਰ ਮੈਂ ਜਦੋਂ ਬਾਈਬਲ ਕਾਲਜ ਵਿੱਚ ਵਾਪਸ ਚਲਾ ਗਿਆ, ਫਿਰ ਪ੍ਰਭੂ ਦੇ ਵਿੱਚ ਹੋਰ ਵਧਣਾ ਸਟਾਰਟ ਕਰਤਾ। ਫਿਰ ਸਾਡੀ ਜਦੋਂ ਸਟੱਡੀ ਜਿਹੜੀ ਆ ਕੰਪਲੀਟ ਹੋਈ ਤੇ ਸਾਡੇ ਜਿਹੜੇ ਟੀਚਰ ਹੀ ਉਹਨਾਂ ਨੇ ਪੁੱਛਿਆ ਕਿ ਬਈ ਤੁਸੀਂ ਕਿੱਥੇ ਸੇਵਕਾਈ ਕਰਨਾ ਚਾਹੁੰਦੇ ਹੋ, ਤੇ ਫਿਰ ਮੈਂ ਫੈਸਲਾ ਲੈ ਲਿਆ ਕਿ ਮੈਂ ਉੱਥੇ ਸੇਵਕਾਈ ਕਰਾਂਗਾ ਜਿੱਥੇ ਪ੍ਰਭੂ ਦਾ ਵਚਨ ਮਤਲਬ ਨਹੀਂ ਪਹੁੰਚਿਆ। ਔਰ ਉਹਨਾਂ ਨੇ ਕਿਹਾ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ? ਮੈਂ ਕਿਹਾ ਹਿਮਾਚਲ ਜਾਵਾਂਗੇ। ਔਰ ਇਸੇ ਦੇ ਦੌਰਾਨ ਅਸੀਂ ਹਿਮਾਚਲ ਵਿੱਚ ਵੀ ਗਏ ਹਾਂ, ਔਰ ਹਿਮਾਚਲ ਵਿੱਚ ਵੀ ਕਾਫੀ ਟਾਈਮ ਜਿਹੜੀ ਆ ਉਹ ਮਤਲਬ ਸੇਵਕਾਈ ਕੀਤੀ ਹੈ ਉੱਥੇ ਜਾ ਕੇ, ਔਰ ਅਲੱਗ-ਅਲੱਗ ਜਗ੍ਹਾਵਾਂ ਤੇ ਜਾ ਕੇ ਮਤਲਬ ਸੇਵਕਾਈ ਕਰਦੇ ਰਹੇ। 98 ਵਿੱਚ ਮੇਰੀ ਸ਼ਾਦੀ ਹੋਈ ਹੈ, ਔਰ ਉਸ ਤੋਂ ਬਾਅਦ ਆਪਾਂ 2000 ਦੇ ਵਿੱਚ ਪੰਜਾਬ ਦੇ ਵਿੱਚ ਫਿਰ ਤੋਂ ਦੁਬਾਰਾ ਖਾਨਪੁਰ ਦੇ ਵਿੱਚ ਸੇਵਕਾਈ ਸ਼ੁਰੂ ਕੀਤੀ। ਔਰ ਪ੍ਰਭੂ ਨੇ 2000 ਵਿੱਚ ਇੱਕ ਬੇਟੀ ਦਿੱਤੀ ਹੈ, 2001 ਵਿੱਚ ਇੱਕ ਬੇਟਾ ਦਿੱਤਾ ਹੈ, ਔਰ ਫਿਰ ਆਪਾਂ ਖਾਨਪੁਰ ਦੇ ਵਿੱਚ ਸੇਵਕਾਈ ਕਰ ਰਹੀ ਹੈ। ਔਰ ਅੱਗੇ ਚੱਲ ਕੇ 2007 ਚ ਪ੍ਰਭੂ ਨੇ ਇੱਕ ਹੋਰ ਬੇਟਾ ਦਿੱਤਾ। ਔਰ ਇਸ ਸਮੇਂ ਅਸੀਂ ਪਿੰਡ ਗੁਸਾਈਪੁਰ ਦੇ ਵਿੱਚ ਸੇਵਕਾਈ ਕਰ ਰਹੇ ਹਾਂ। ਮੈਂ ਮੇਰੇ ਪਰਿਵਾਰ ਦੇ ਵਿੱਚ ਪ੍ਰਭੂ ਨੇ ਇੱਕ ਬੇਟੀ ਔਰ 2 ਬੇਟੇ ਦਿੱਤੇ ਨੇ, ਔਰ ਅਸੀਂ ਗੁਸਾਈਪੁਰ ਚ ਸੇਵਾ ਕਰ ਰਹੇ ਹਾਂ। ਔਰ ਇੱਕ ਅੱਛਾ ਚਰਚ, ਅੱਛਾ ਘਰ ਔਰ ਅੱਛਾ ਪਿੰਡ ਦਿੱਤਾ ਹੈ, ਔਰ ਅੱਛੀ ਕਲੀਸਿਆ ਦਿੱਤੀ ਹੈ। ਮੈਂ ਇਹਦੇ ਲਈ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਨੇ ਇੱਕ ਅਦਭੁਤ ਰੀਤੀ ਦੇ ਨਾਲ ਮੇਰੇ ਜੀਵਨ 'ਚ ਕੰਮ ਕੀਤਾ ਔਰ ਮੇਰੇ ਜੀਵਨ ਨੂੰ ਬਦਲਿਆ ਹੈ। ਮੈਂ ਉਸ ਪ੍ਰਭੂ ਦਾ ਬਹੁਤ ਹੀ ਧੰਨਵਾਦੀ ਹਾਂ। ਪਾਸਟਰ ਜੀ, ਜਿਸ ਤਰ੍ਹਾਂ ਮਤਲਬ ਆਪਾਂ ਅੱਜ ਕੱਲ੍ਹ ਦੇ ਵਿੱਚ ਦੇਖ ਲਿਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਸਚੀਅਨਿਟੀ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ, ਅਤੇ ਜਿਸ ਤਰ੍ਹਾਂ ਮਤਲਬ ਕ੍ਰਿਸਚੀਅਨਿਟੀ ਫੈਲ ਰਹੀ ਆ, ਉਸ ਤਰ੍ਹਾਂ ਜਿਹੜੇ ਦੂਸਰੇ ਲੋਕ ਆ ਉਹ ਕੁਛ ਇਹ ਵੀ ਕਹਿ ਰਹੇ ਆ ਕਿ ਮਤਲਬ ਪੈਸੇ ਦੇ ਕੇ ਕ੍ਰਿਸਚੀਅਨ ਬਣਾਉਂਦੇ ਆ ਜਾਂ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਆ। ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਪਰਮੇਸ਼ਰ 'ਚ ਆਏ ਜਾਂ ਤੁਸੀਂ ਅੱਜ ਤੱਕ ਆਪਣੀ ਜ਼ਿੰਦਗੀ ਦੀ ਸੇਵਕਾਈ ਦੇ ਵਿੱਚ ਤੁਸੀਂ ਕਿੰਨੇ ਲੋਕਾਂ ਨੂੰ ਐਸਾ ਮਿਲ ਲਿਆ ਹੋਣਾ ਹੈ ਕਿ ਕਦੀ ਐਸਾ ਤੁਹਾਨੂੰ ਕੁਛ ਐਸਾ ਦਾ ਬੰਦਾ ਮਿਲਿਆ ਜਾਂ ਕਦੀ ਐਸਾ ਹੋਇਆ ਕਿ ਤੁਹਾਨੂੰ ਕਿਸੇ ਨੇ ਪੈਸੇ ਦਿੱਤੇ ਹੋਣ ਕਿ ਤੁਸੀਂ ਕ੍ਰਿਸਚਨ ਬਣ ਜਾਓ? ਤਕਰੀਬਨ ਮੈਨੂੰ ਤੇ 28 ਸਾਲ ਹੋ ਗਏ ਸੇਵਕਾਈ ਕਰਦਿਆਂ, ਪਰ 28 ਸਾਲ ਦੇ ਵਿੱਚ ਕਦੀ ਵੀ ਗੌਰਵ ਜੀ ਕੋਈ ਇਸ ਤਰ੍ਹਾਂ ਦਾ ਨਹੀਂ ਮਤਲਬ ਸੀਨ ਕਦੇ ਸਾਹਮਣੇ ਨਹੀਂ ਆਇਆ ਵੀ ਕਦੀ ਕਿਸੇ ਨੇ ਕਿਸੇ ਨੂੰ ਪੈਸੇ ਦਿੱਤੇ ਹੋਣ ਜਾਂ ਕਦੀ ਪੈਸੇ ਦੇ ਕੇ ਕਦੀ ਕਿਸੇ ਦਾ ਧਰਮ ਬਦਲਿਆ ਹੈ, ਕਿਉਂਕਿ ਇਹ ਤੇ ਇੱਕ ਅਫਵਾਹ ਹੈਗੀ। ਅੱਜ ਤੱਕ ਬੋਲਿਆ ਜਾਂਦਾ ਹੈ ਪਰ ਕੋਈ ਸਬੂਤ ਜਿਹੜਾ ਉਹ ਸਾਹਮਣੇ ਨਹੀਂ ਆਇਆ ਵੀ ਜਿੱਥੇ ਕਿ ਮਤਲਬ ਪੈਸੇ ਦੇ ਕੇ ਧਰਮ ਬਦਲਿਆ ਹੋਏ। ਪਾਸਟਰ ਜੀ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਕਿ ਜਿਸ ਤਰ੍ਹਾਂ ਹੁਣ ਜਿਹੜੇ ਦਰਸ਼ਕ ਦੇਖ ਰਹੇ ਆ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਰਮੇਸ਼ਰ ਵਾਸਤੇ? ਮੈਂ ਮੈਸੇਜ ਇਹ ਦੇਣਾ ਚਾਹੁੰਦਾ ਹਾਂ ਕਿ ਪ੍ਰਭੂ ਦੇ ਵਚਨ 'ਚ ਲਿਖਿਆ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਜ਼ਮੀਨ ਦੇ ਉੱਪਰ ਆਸਮਾਨ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਬਚਾਈ ਜਾ ਸਕਦੇ ਹਾਂ। ਸੋ ਪਾਪਾਂ ਦੀ ਮਾਫੀ ਦੇ ਲਈ ਇੱਕ ਹੀ ਨਾਮ ਦਿੱਤਾ ਗਿਆ ਹੈ, ਉਹ ਕੇਵਲ ਯਿਸੂ ਨਾਮ ਹੈ, ਜਿਹਦੇ ਦੁਆਰਾ ਸਾਨੂੰ ਪਾਪ ਤੋਂ ਛੁਟਕਾਰਾ ਮਿਲ ਸਕਦਾ ਹੈ। ਚੰਗਾਈ ਡਾਕਟਰਾਂ ਦੇ ਕੋਲ ਮਿਲ ਸਕਦੀ ਹੈ, ਚੇਲਿਆਂ ਦੇ ਕੋਲ ਮਿਲ ਸਕਦੀ ਹੈ, ਹੋਰ ਵੀ ਕਈਆਂ ਜਗ੍ਹਾ ਤੋਂ ਚੰਗਾਈ ਮਿਲ ਸਕਦੀ ਹੈ, ਤੰਦਰੁਸਤੀ ਮਿਲ ਸਕਦੀ ਹੈ, ਪਰ ਪਾਪਾਂ ਦੀ ਮਾਫੀ ਕੇਵਲ ਪ੍ਰਭੂ ਯਿਸੂ ਮਸੀਹ ਦੇ ਕੋਲ ਹੀ ਮਿਲ ਸਕਦੀ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਮੂੰਹ ਤੇ ਇਹ ਗੱਲ ਕਹੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਦੇ ਉੱਤੇ ਪਾਪ ਮਾਫ ਕਰਨ ਦਾ ਵੀ ਅਧਿਕਾਰ ਹੈ, ਤੇ ਪਾਪ ਮਾਫ ਕਰਨ ਦਾ ਅਧਿਕਾਰ ਗੌਰਵ ਜੀ ਸਿਰਫ ਯਿਸੂ ਮਸੀਹ ਦੇ ਕੋਲ ਹੀ ਹੈ। ਯਿਸੂ ਮਸੀਹ ਨੂੰ ਛੱਡ ਪਾਪ ਮਾਫ ਕਰਨ ਦਾ ਅਧਿਕਾਰ ਕਿਸੇ ਦੇ ਕੋਲ ਵੀ ਨਹੀਂ ਹੈ। ਪਾਸਟਰ ਜੀ, ਆਪਾਂ ਇੱਕ ਤੁਹਾਡਾ ਗਾਣਾ ਸੁਣਿਆ ਸੀ, ਅੱਜ ਤੋਂ ਕਾਫੀ ਪੁਰਾਣਾ ਸੌਂਗ ਆ, ਗਵਾਹ ਸੀ ਯਿਸੂ ਦੇ। ਉਸ ਗਾਣੇ ਨੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ 2 ਲਾਈਨਾਂ ਜੇ ਤੁਸੀਂ ਦਰਸ਼ਕਾਂ ਨੂੰ ਸੁਣਾ ਦਿਓ ਪ੍ਰਭੂ ਦੀ ਮਹਿਮਾ ਵਾਸਤੇ। ਇਹ 2001 ਦੇ ਵਿੱਚ ਆਪਾਂ ਇਸ ਗੀਤ ਨੂੰ ਗਾਇਆ ਸੀਗਾ, ਮੈਂ ਔਰ ਬ੍ਰਦਰ ਅਸ਼ਵਨੀ ਜੀ ਨੇ, ਔਰ ਇਸ ਨੂੰ ਪ੍ਰਭੂ ਦਾਸ ਪਾਸਟਰ ਦਾਸ ਬਿੱਟੂ ਜੀ ਨੇ ਲਿਖਿਆ ਸੀਗਾ, ਔਰ ਕੁੰਦਨ ਜੀ ਸਾਡੇ 4 ਮਰਲੇ ਕੁਆਟਰ ਤੋਂ ਉਹਨਾਂ ਨੇ ਮਿਊਜ਼ਿਕ ਦਿੱਤਾ ਸੀਗਾ।
LMC ਗੁਰਦਾਸਪੁਰ ਵਾਲਿਆਂ ਨੇ ਇਸ ਨੂੰ ਰਿਲੀਜ਼ ਕੀਤਾ ਸੀਗਾ। ਸਾਡੇ ਲਈ ਉਹ ਮਰੀ ਗਿਆ, ਸਾਡੇ ਲਈ ਉਹ ਜਿੰਦਾ ਹੋਇਆ, ਅਸੀਂ ਹਾਂ ਗਵਾਹ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ, ਗਵਾਹ ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ, ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ। ਬਹੁਤ ਬਹੁਤ ਥੈਂਕ ਯੂ ਪਾਸਟਰ ਜੀ। ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ, ਔਰ ਮੇਰਾ ਵਿਸ਼ਵਾਸ ਆ ਕਿ ਜਿੰਨੇ ਲੋਕ ਇਸ ਗਵਾਹੀ ਨੂੰ ਦੇਖਣਗੇ ਪ੍ਰਭੂ ਦਾ ਆਤਮਾ ਉਹਨਾਂ ਨੂੰ ਟੱਚ ਕਰੇਗਾ, ਉਹਨਾਂ ਦੇ ਜੀਵਨ ਦੇ ਵਿੱਚ ਬਰਕਤ ਆਏਗੀ। ਥੈਂਕ ਯੂ ਗੌਰਵ ਜੀ, ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਛਾ ਮੌਕਾ ਦਿੱਤਾ ਹੈ ਤਾਂ ਕਿ ਮੈਂ ਆਪਣੀ ਗਵਾਹੀ ਨੂੰ ਆਪਣੇ ਭੈਣ ਭਰਾਵਾਂ ਦੇ ਵਿੱਚ ਰੱਖ ਸਕਾਂ। ਔਰ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ, ਤੁਹਾਡੀ ਪੂਰੀ ਟੀਮ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ ਕਰਦਾ ਹਾਂ, ਧੰਨਵਾਦ ਕਰਦਾ। ਜੈ ਮਸੀਹ ਪਾਸਟਰ। ਜੈਸ ਤੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿੱਦਾਂ ਪਰਮੇਸ਼ਵਰ ਨੇ ਇੱਕ ਨੌਜਵਾਨ ਵਿਅਕਤੀ ਨੂੰ ਚੁਣਿਆ, ਔਰ ਪਰਮੇਸ਼ਵਰ ਨੇ ਅੱਜ ਉਹਨਾਂ ਦੀ ਡਿਊਟੀ ਲਗਾਤੀ ਕਿ ਤੁਸੀਂ ਜਾਓ ਔਰ ਮੇਰਾ ਸੁਸਮਾਚਾਰ ਸੁਣਾਓ ਔਰ ਲੋਕਾਂ ਨੂੰ ਜਾ ਕੇ ਉद्धार ਦੇ ਬਾਰੇ ਦੱਸੋ। ਅੱਜ ਪਰਮੇਸ਼ਵਰ ਇਹਨਾਂ ਨੂੰ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਆ, ਔਰ ਕਾਫੀ ਜ਼ਿਆਦਾ ਰੂਹਾਂ ਪਰਮੇਸ਼ਵਰ ਨੇ ਇਹਨਾਂ ਦੇ ਦੁਆਰਾ ਬਚਾਈਆਂ ਨੇ। ਅੱਜ ਲਗਭਗ ਇਹਨਾਂ ਨੂੰ 28 ਸਾਲ ਹੋ ਗਏ ਸੇਵਾ ਕਰਦੇ। ਇਸ ਕਰਕੇ ਮੇਰਾ ਵਿਸ਼ਵਾਸ ਹੈ ਕਿ ਜਿੰਨੇ ਜਨ ਇਸ ਗਵਾਹੀ ਨੂੰ ਦੇਖ ਰਹੇ ਆ ਜਾਂ ਇਹਨੂੰ ਬਾਅਦ 'ਚ ਦੇਖਣਗੇ, ਪਰਮੇਸ਼ਵਰ ਦਾ ਆਤਮਾ ਤੁਹਾਡੇ ਜੀਵਨਾਂ 'ਚ ਕੰਮ ਕਰੇਗਾ। ਸਾਰਿਆਂ ਨੂੰ ਜੈ ਮਸੀਹ। तो मेरे प्रिय भाई बहनों, अभी आपने एक बहुत ही बड़ी अद्भुत गवाही को सुना। तो मेरा विश्वास है इस अद्भुत गवाही के द्वारा परमेश्वर आपके जीवन में 100 गुना फलों को लेकर आएगा। ऐसे ही परमेश्वर के और गवाहों को सुनने के लिए हमारे चैनल गवाह यसूदे को सब्सक्राइब कर लें और इस गवाही को अपने फैमिली मेम्बर्स के साथ और दोस्तों के साथ शेयर ज़रूर करें, ताकि वो भी जान सके कि परमेश्वर कैसे लोगों की ज़िंदगियों में अद्भुत कार्य कर रहा है। तो मिलते हैं और गवाहियों के साथ। सभी को जय मसीह की।